ਤੁਸੀਂ ਵੇਖ ਰਹੇ ਹੋ ਚੈਨਲ ਨਿਊਜ਼ ਡੇਟਲਾਈਨ ਪੰਜਾਬ। ਮੈਂ ਹਾਂ ਰਿਤੇਸ਼ ਲੱਖੀ। ਅੱਜ ਇਸ ਰਿਪੋਰਟ ਵਿੱਚ ਗੱਲਬਾਤ ਹੋਏਗੀ ਲੋਕ ਸਭਾ ਹਲਕੇ ਗੁਰਦਾਸਪੁਰ ਦੀ। ਜੀ ਹਾਂ, ਗੁਰਦਾਸਪੁਰ ਲੋਕ ਸਭਾ ਸੀਟ ਉੱਤੇ ਇਸ ਵਾਰ ਚੋਣ ਮੁਕਾਬਲਾ ਪਹਿਲੇ ਚੋਣ ਮੁਕਾਬਲਿਆਂ ਨਾਲੋਂ ਬਹੁਤ ਹੀ ਵੱਖਰਾ ਹੋਣ ਜਾ ਰਿਹਾ ਹੈ। ਬਦਲ ਚੁੱਕੇ ਨੇ ਸਿਆਸੀ ਸਮੀਕਰਨ। ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੋਹਾਂ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਤਾ ਹੈ। ਬਾਕੀ ਪਾਰਟੀਆਂ ਨੇ, ਕਾਂਗਰਸ ਨੇ ਆਪਨੇ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਲੇਕਿਨ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਚੋਣ ਨੂੰ ਗੁਰਦਾਸਪੁਰ ਅਤੇ ਪੰਜਾਬ ਦੀਆਂ ਸਾਰੀਆਂ ਸੀਟਾਂ ਉੱਤੇ ਵੱਖੋ-ਵੱਖ ਅੱਡੋ-ਅੱਡ ਹੋ ਕੇ ਲੜਨ ਜਾ ਰਹੀ ਹੈ। ਸੋ ਉਹਨਾਂ ਸਥਿਤੀਆਂ ਦੇ ਵਿੱਚ ਸਮੀਕਰਨ ਕੀ ਬੈਠਣਗੇ, ਅੱਜ ਆਪਾਂ ਗੱਲ ਉਸ ਦੀ ਕਰਨੀ ਹੈ। ਇਸ ਤੋਂ ਪਹਿਲਾਂ ਕਿ ਮੈਂ ਇਸ ਰਿਪੋਰਟ ਨੂੰ ਅੱਗੇ ਤੋਰਾਂ ਤੇ ਆਪਾਂ ਝਾਤ ਪਾਈਏ ਸ਼੍ਰੋਮਣੀ ਅਕਾਲੀ ਦਲ ਦੀ 7 ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਉੱਤੇ। ਮੈਂ ਚਾਹਾਂਗਾ ਕਿ ਤੁਸੀਂ ਇਸ ਚੈਨਲ ਨਿਊਜ਼ ਡੇਟਲਾਈਨ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਇਸੇ ਚੈਨਲ ਉੱਤੇ ਤੁਹਾਨੂੰ ਮੇਰੀਆਂ ਸਿਆਸੀ ਵਿਸ਼ਲੇਸ਼ਣ ਤੇ ਐਨਾਲਿਸਿਸ ਆਧਾਰਿਤ ਰਿਪੋਰਟ ਸੁਣਨ ਵੇਖਣ ਨੂੰ ਮਿਲਣਗੀਆਂ। ਦੋਸਤੋ, ਗੁਰਦਾਸਪੁਰ ਲੋਕ ਸਭਾ ਸੀਟ ਉੱਤੇ ਅਕਾਲੀ ਦਲ ਦਾ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਹੋਣ ਜਾ ਰਿਹਾ ਹੈ। ਸੋ ਅੱਜ ਆਪਾਂ ਕਿਉਂਕਿ ਗੁਰਦਾਸਪੁਰ ਦੀ ਗੱਲ ਕਰਨੀ ਹੈ, ਆਪਾਂ ਗੱਲ ਇਸੇ ਹਲਕੇ ਤੱਕ ਰੱਖਾਂਗੇ। ਲੇਕਿਨ ਥੋੜੀ ਜਾਣਕਾਰੀ ਲਈ ਇੱਕ ਨਜ਼ਰ ਪਾ ਲੈਂਦੇ ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਸੂਚੀ। 7 ਕਨਸਟੀਚੁਐਂਸੀਜ਼ ਦੇ ਵਿੱਚ ਉਹਨਾਂ ਨੇ ਆਪਣੇ ਲੋਕ ਸਭਾ ਉਮੀਦਵਾਰ ਐਲਾਨਤੇ ਨੇ। ਯਾਨੀ ਕਿ ਇਸ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਗੁਰਦਾਸਪੁਰ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ, ਅਨੰਦਪੁਰ ਸਾਹਿਬ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਉਮੀਦਵਾਰ ਹੋਣਗੇ। ਸੰਗਰੂਰ ਤੋਂ ਪਾਰਟੀ ਨੇ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਹੈ। ਹੁਣ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਦੇ ਕੇ ਝੁੰਡਾ ਨੂੰ ਟਿਕਟ ਕਿਉਂ ਦਿੱਤੀ ਹੈ, ਇਸ ਦਾ ਵਿਸ਼ਲੇਸ਼ਣ ਆਪਾਂ ਆਪਣੀ ਅਗਲੀ ਰਿਪੋਰਟ, ਜੋ ਕਿ ਸੰਗਰੂਰ ਲੋਕ ਸਭਾ ਸੀਟ ਉੱਤੇ ਆਧਾਰਿਤ ਹੋਏਗੀ, ਉਸ ਵਿੱਚ ਕਰਾਂਗੇ। ਅੰਮ੍ਰਿਤਸਰ ਤੋਂ ਪਾਰਟੀ ਨੇ ਅਨਿਲ ਜੋਸ਼ੀ, ਆਪਾਂ ਅੰਮ੍ਰਿਤਸਰ ਦੇ ਆਪਣੇ ਐਨਾਲਿਸਿਸ ਦੇ ਵਿੱਚ ਜ਼ਿਕਰ ਕੀਤਾ ਸੀ। ਸੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਹੋਣਗੇ। ਪਟਿਆਲਾ ਸੀਟ ਤੋਂ ਐਨਕੇ ਸ਼ਰਮਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੁਕਾਬਲੇ ਵਿੱਚ ਉਤਾਰਿਆ ਹੈ। ਫਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਬਿਕਰਮਜੀਤ ਸਿੰਘ ਖਾਲਸਾ, ਪਹਿਲਾਂ ਵੀ ਚੋਣ ਲੜ ਚੁੱਕੇ ਨੇ। ਤੇ 7ਵੇਂ ਪਾਰਟੀ ਦੇ ਐਲਾਨੇ ਗਏ ਉਮੀਦਵਾਰ ਫਰੀਦਕੋਟ ਰਿਜ਼ਰਵ ਹਲਕੇ ਤੋਂ ਐਲਾਨੇ ਗਏ ਨੇ ਰਾਜਵਿੰਦਰ ਸਿੰਘ। ਪਾਰਟੀ ਨੇ 7 ਸੀਟਾਂ ਉੱਤੇ ਐਲਾਨ ਕੀਤਾ ਹੈ। 6 ਸੀਟਾਂ ਉੱਤੇ ਐਲਾਨ ਅਜੇ ਬਾਕੀ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਉਹ ਸੀਟਾਂ ਨੇ ਜੋ ਕਿ ਪਾਰਟੀ ਦੀਆਂ ਹਾਈ ਪ੍ਰੋਫਾਈਲ ਸੀਟਾਂ ਨੇ। ਬਠਿੰਡਾ, ਫਿਰੋਜ਼ਪੁਰ, ਖਡੂਰ ਸਾਹਿਬ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਇਹ 6 ਸੀਟਾਂ ਨੇ ਜਿਸ ਉੱਤੇ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਐਲਾਨ ਨਹੀਂ ਹੋਇਆ। ਸੋ ਵੇਖਾਂਗੇ ਕਿ ਪਾਰਟੀ ਕਦੋਂ ਐਲਾਨ ਕਰਦੀ ਹੈ। ਲੇਕਿਨ ਅੱਜ ਆਪਾਂ ਗੱਲ ਕਰਨੀ ਹੈ ਗੁਰਦਾਸਪੁਰ ਲੋਕ ਸਭਾ ਹਲਕੇ ਦੀ। ਇੱਥੇ ਚੋਣ ਲੜਾਈ ਪਿਛਲੇ ਚੋਣ ਮੁਕਾਬਲਿਆਂ ਨਾਲੋਂ ਬਹੁਤ ਹੀ ਵੱਖਰੀ ਰਹਿਣ ਵਾਲੀ ਹੈ। ਸਮਝਾਂਗੇ, ਥੋੜਾ ਬੈਕਗ੍ਰਾਉਂਡ ਦੇ ਵਿੱਚ ਵੀ ਜਾਵਾਂਗੇ ਕਿ ਦਰਅਸਲ ਦੇ ਵਿੱਚ ਮਾਜਰਾ ਹੈ ਕੀ। ਭਾਰਤੀ ਜਨਤਾ ਪਾਰਟੀ ਦਾ ਮੋਹ ਭੰਗ ਹੋ ਚੁੱਕਾ ਹੈ ਸਿਤਾਰਿਆਂ ਤੋਂ। ਸਿਨੇਮਾ ਜਗਤ ਦੇ ਸਿਤਾਰੇ, ਸੈਲੀਬ੍ਰਿਟੀਜ਼, ਜਿਨ੍ਹਾਂ ਨੂੰ ਓਵਰਨਾਈਟ ਕੁਝ ਦਿਨ, ਕੁਝ ਹਫ਼ਤੇ ਪਹਿਲਾਂ ਪਾਰਟੀ ਦੀ ਮੈਂਬਰਸ਼ਿਪ ਦੇ ਕੇ, ਪਾਰਟੀ ਵਿੱਚ ਸ਼ਾਮਲ ਕਰਾ ਕੇ, ਟਿਕਟਾਂ ਦਵਾ ਕੇ ਇਲੈਕਸ਼ਨ ਲੜਾਤੇ ਜਾਂਦੇ ਨੇ, ਬਾਅਦ ਦੇ ਵਿੱਚ ਪਰਫਾਰਮੈਂਸ ਜ਼ੀਰੋ ਹੁੰਦੀ ਹੈ, ਹਲਕਿਆਂ ਦੇ ਵਿੱਚੋਂ ਵੜਦੇ ਨਹੀਂ। ਇਹੀ ਕੇਸ ਰਿਹਾ ਸਨੀ ਦਿਓਲ ਦੇ ਨਾਲ। 2019 ਦਾ ਇਲੈਕਸ਼ਨ ਆਪਾਂ ਸਭ ਨੂੰ ਯਾਦ ਹੈ। ਸਨੀ ਦਿਓਲ ਆਉਂਦੇ ਨੇ, ਧਰਮਿੰਦਰ ਦੇ ਪਰਿਵਾਰ ਨੂੰ, ਸਨੀ ਦਿਓਲ ਪਰਿਵਾਰ ਨੂੰ ਪੰਜਾਬੀ ਜ਼ਿਆਦਾ ਪਿਆਰ ਕਰਦੇ ਨੇ, ਇੱਜ਼ਤ ਮਾਣ ਬਖਸ਼ਦੇ ਨੇ। ਇਸੇ ਚੀਜ਼ ਦਾ ਫਾਇਦਾ ਬੀਜੇਪੀ ਨੇ ਚੁੱਕਿਆ, ਸਨੀ ਦਿਓਲ ਨੂੰ ਐਮਪੀ ਬਣਾਇਆ। ਲੇਕਿਨ ਉਹਨਾਂ ਦੀ ਪਰਫਾਰਮੈਂਸ ਬਹੁਤ ਹੀ ਖਰਾਬ ਪਰਫਾਰਮੈਂਸ ਰਹੀ। ਪਾਰਲੀਮੈਂਟ ਦੇ ਅੰਦਰ, ਪਾਰਲੀਮੈਂਟ ਦੇ ਬਾਹਰ, ਹਲਕੇ ਦੇ ਵਿੱਚੋਂ ਉਹ ਬਹੁਤ ਲੰਮਾ ਸਮੇਂ ਤੱਕ ਗਾਇਬ ਰਹੇ। ਉਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗਦੇ ਰਹੇ। ਤਕਰੀਬਨ 1 ਸਾਲ ਤੋਂ ਜ਼ਿਆਦਾ ਸਮਾਂ ਤੱਕ ਚੱਲੇ ਕਿਸਾਨੀ ਅੰਦੋਲਨ ਦੌਰਾਨ ਸਨੀ ਦਿਓਲ ਦੇ ਮੂੰਹੋਂ ਕਿਸਾਨਾਂ, ਪੰਜਾਬ ਜਾਂ ਫਿਰ ਇਸ ਸੰਘਰਸ਼ ਦੇ ਸੰਦਰਭ ਵਿੱਚ ਇਸ ਵਿਸ਼ੇ ਉੱਤੇ ਇੱਕ ਸ਼ਬਦ ਵੀ ਮੂੰਹੋਂ ਨਹੀਂ ਕੱਢਿਆ ਗਿਆ। ਨਾ ਸਿਰਫ ਗੁਰਦਾਸਪੁਰ ਦਾ ਵੋਟਰ, ਉੱਥੋਂ ਦੇ ਵਸਨੀਕ, ਬਲਕਿ ਸਮੂਹ ਪੰਜਾਬ ਨਿਵਾਸੀ ਸਨੀ ਦਿਓਲ ਤੋਂ ਬਤੌਰ ਮੈਂਬਰ ਪਾਰਲੀਮੈਂਟ ਕਾਫੀ ਨਿਰਾਸ਼ ਰਹੇ। ਬੀਜੇਪੀ ਇਸ ਸੈਂਟੀਮੈਂਟ ਨੂੰ ਸਮਝਦੀ ਹੈ। ਇਸੇ ਕਰਕੇ ਉਹਨਾਂ ਨੇ ਪਾਰਟੀ ਦੇ ਇੱਕ ਸਾਧਾਰਨ ਐਮਐਲਏ ਰਹਿ ਚੁੱਕੇ ਕਾਰਜਕਰਤਾ, ਜਿਸ ਦਾ ਸੁਜਾਨਪੁਰ, ਭੋਆ ਅਤੇ ਪਠਾਨਕੋਟ ਹਲਕਿਆਂ ਦੇ ਉੱਤੇ ਕਾਫੀ ਕੰਟਰੋਲ ਮੰਨਿਆ ਜਾਂਦਾ, ਕਹਿ ਸਕਦੇ ਕਿ ਆਧਾਰ ਮੰਨਿਆ ਜਾਂਦਾ ਹੈ, ਉਸ ਨੂੰ ਹੀ ਚੋਣ ਅਖਾੜੇ ਦੇ ਵਿੱਚ ਉਤਾਰਨਾ ਸਹੀ ਸਮਝਿਆ। ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ 1996 ਤੋਂ ਬਾਅਦ ਇਸ ਸੀਟ ਉੱਤੇ ਵਿਨੋਦ ਖੰਨਾ, ਬਾਲੀਵੁੱਡ ਦੇ ਇੱਕ ਹੋਰ ਸਿਤਾਰੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। 5 ਇਲੈਕਸ਼ਨ ਬੈਕ ਟੂ ਬੈਕ ਵਿਨੋਦ ਖੰਨਾ ਨੇ ਇਸ ਸੀਟ ਤੋਂ ਲੜੇ ਤੇ ਉਹਨਾਂ 5 ਦੇ ਵਿੱਚੋਂ 4 ਇਲੈਕਸ਼ਨ ਉਹ ਜਿੱਤੇ। ਆਪਣੀਆਂ ਟਰਮਸ ਨੂੰ ਬਤੌਰ ਐਮਪੀ ਪੂਰਾ ਵੀ ਕੀਤਾ। ਲੇਕਿਨ ਵਿਨੋਦ ਖੰਨਾ ਦੀ ਪਰਫਾਰਮੈਂਸ ਐਜ਼ ਐਨ ਐਮਪੀ ਬਿਹਤਰ ਪਰਫਾਰਮੈਂਸ ਸੀ, ਕਿਉਂਕਿ ਆਪਣੀ ਸਟਾਰਡਮ, ਆਪਣੀ ਚਕਾਚੌਂਧ ਤੋਂ ਨਿਕਲ ਕੇ ਇੱਕ ਪਬਲਿਕ ਫਿਗਰ ਦੇ ਰੂਪ ਵਿੱਚ, ਇੱਕ ਮੈਂਬਰ ਪਾਰਲੀਮੈਂਟ ਦੇ ਰੂਪ ਵਿੱਚ ਉਹਨਾਂ ਨੇ ਆਪਣੇ ਵਜੂਦ ਨੂੰ, ਆਪਣੀ ਭੂਮਿਕਾ ਨੂੰ ਪਛਾਣਿਆ ਤੇ ਇਸ ਇਲਾਕੇ ਲਈ ਕੰਮ ਵੀ ਕੀਤਾ। ਸੋ ਸਨੀ ਦਿਓਲ ਨੂੰ ਕਿਸੇ ਵੀ ਤਰੀਕੇ ਦੇ ਨਾਲ ਵਿਨੋਦ ਖੰਨਾ ਦੇ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਦੋਸਤੋ, ਗੁਰਦਾਸਪੁਰ ਦੀ ਸਿਆਸੀ ਲੜਾਈ ਨੂੰ ਜੇ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਤੇ 1977 ਜਾਂ 1980 ਤੋਂ ਸ਼ੁਰੂ ਕਰੀਏ ਤਾਂ ਇਹ ਕਲੀਅਰ ਹੈ ਕਿ ਇੱਥੇ ਲੜਾਈ ਕਾਂਗਰਸ ਵਰਸਸ ਭਾਰਤੀ ਜਨਤਾ ਪਾਰਟੀ ਹੈ। 1980 ਤੋਂ ਲੈ ਕੇ 1998 ਤੱਕ 18 ਸਾਲ ਇਸ ਸੀਟ ਉੱਤੇ ਕਾਂਗਰਸ ਨੇ ਬੀਜੇਪੀ ਦੇ ਪੈਰ ਨਹੀਂ ਲੱਗਣ ਦਿੱਤੇ। ਕਾਂਗਰਸ ਦੇ ਉਮੀਦਵਾਰ, ਯਾਨੀ ਕਿ ਕਾਂਗਰਸ ਦੀ
5 ਵਾਰ ਦੀ ਮੈਂਬਰ ਪਾਰਲੀਮੈਂਟ ਸਨ ਸੁਖਵੰਸ਼ ਕੌਰ ਭਿੰਡਰ 1980 1985 1999 1992 ਤੇ 1996 ਇਹ 5 ਲੋਕ ਸਭਾ ਇਲੈਕਸ਼ਨ ਜਿੱਤ ਕੇ ਭਿੰਡਰ ਨੇ ਕਾਂਗਰਸ ਦੀ ਝੋਲੀ ਪਾਏ। ਪੰਜਾਬ ਦੇ ਲੋਕ ਸਭਾ ਰਾਜਨੀਤੀ ਦੇ ਇਤਿਹਾਸ ਦੇ ਵਿੱਚ ਇਸ ਨੂੰ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਵੀ ਸਮਝਿਆ ਜਾ ਸਕਦਾ ਹੈ। 1998 ਤੋਂ ਬਾਅਦ ਤਸਵੀਰ ਬਦਲਦੀ ਹੈ ਜਦੋਂ ਬੀਜੇਪੀ ਨੇ ਅਕਾਲੀ ਦਲ ਦੇ ਨਾਲ ਗਠਜੋੜ ਕਰ ਲਿਆ। ਹੁਣ ਇਸ ਗਠਜੋੜ ਦਾ ਜ਼ਿਆਦਾ ਫਾਇਦਾ ਅਕਾਲੀ ਦਲ ਨੂੰ ਹੋਇਆ। ਪੰਜਾਬ ਦੇ ਵਿੱਚ 3 ਸਰਕਾਰਾਂ ਜੋ ਕਿ ਫੁੱਲ ਟਰਮ ਕੰਪਲੀਟ ਕਰਦੀਆਂ ਨੇ ਉਹਨਾਂ ਦੀਆਂ ਬਣੀਆਂ ਬੀਜੇਪੀ ਦੇ ਨਾਲ ਰਲ ਕੇ ਬਣੀਆਂ। ਬੀਜੇਪੀ ਦੀ ਲੀਡਰਸ਼ਿਪ ਦੇ ਵਿੱਚ ਗਰੋਥ ਨਹੀਂ ਹੋਈ। ਇਹ ਪੰਜਾਬ ਦੀ ਸਥਾਨਕ ਰਾਜਨੀਤੀ ਦੀ ਗੱਲ ਕਰਦਾ ਪਿਆ ਹਾਂ, ਲੇਕਿਨ ਅਕਾਲੀ ਦਲ ਨੂੰ ਫਾਇਦਾ ਹੀ ਫਾਇਦਾ ਹੋਇਆ। ਲੇਕਿਨ ਗੁਰਦਾਸਪੁਰ ਲੋਕ ਸਭਾ ਸੀਟ ਉੱਤੇ ਫਰਕ ਇਹ ਪਿਆ ਕਿ 18 ਸਾਲ ਤੋਂ ਕਾਂਗਰਸ ਦਾ ਜਿਹੜਾ ਇੱਕ ਸਿੱਕਾ ਜਮਿਆ ਹੋਇਆ ਸੀਗਾ ਗੁਰਦਾਸਪੁਰ ਤੇ, ਉਹ ਉਖੜ ਗਿਆ। 1998 1999 ਅਤੇ 2004 ਇਹਨਾਂ 3 ਲੋਕ ਸਭਾ ਚੋਣਾਂ ਵਿੱਚ ਵਿਨੋਦ ਖੰਨਾ ਵੱਲੋਂ ਸੁਖਵੰਸ਼ ਕੌਰ ਭਿੰਡਰ 5 ਟਾਈਮ ਐਮਪੀਜ਼ ਨੂੰ ਲਗਾਤਾਰ 3 ਵਾਰ ਬੈਕ ਟੂ ਬੈਕ ਹਰਾਇਆ ਗਿਆ। ਇੱਕ ਹੈਟ੍ਰਿਕ ਵਿਨੋਦ ਖੰਨਾ ਨੇ ਕੀਤੀ। 2009 ਦੇ ਵਿੱਚ ਵਿਨੋਦ ਖੰਨਾ ਦਾ ਮੁਕਾਬਲਾ ਪ੍ਰਤਾਪ ਸਿੰਘ ਬਾਜਵਾ ਨਾਲ ਹੋਇਆ। ਪ੍ਰਤਾਪ ਸਿੰਘ ਬਾਜਵਾ ਇਸ ਇਲੈਕਸ਼ਨ ਦੇ ਵਿੱਚ ਵਿਨੋਦ ਖੰਨਾ ਨੂੰ ਹਰਾ ਦਿੰਦੇ ਨੇ। ਸੋ ਵਿਨੋਦ ਖੰਨਾ ਦੀ ਵੀ ਜਿੱਤ ਦਾ ਸਿਲਸਿਲਾ ਰੁਕਦਾ ਹੈ, ਲੇਕਿਨ 2014 ਦੇ ਵਿੱਚ ਵਿਨੋਦ ਖੰਨਾ ਨੇ ਆਪਣੀ ਸੀਟ ਨੂੰ ਰਿਟੇਨ ਕੀਤਾ। ਦੁਬਾਰਾ ਮੁਕਾਬਲਾ ਪ੍ਰਤਾਪ ਬਾਜਵਾ ਵਰਸਸ ਵਿਨੋਦ ਖੰਨਾ ਸੀ, ਲੇਕਿਨ ਇਸ ਚੋਣ ਦੇ ਵਿੱਚ ਵਿਨੋਦ ਖੰਨਾ ਜਿੱਤਣ ਦੇ ਵਿੱਚ ਕਾਮਯਾਬ ਰਹੇ। ਇਸ ਤੋਂ ਬਾਅਦ ਵਿਨੋਦ ਖੰਨਾ ਦਾ ਦੇਹਾਂਤ ਹੋ ਜਾਂਦਾ ਹੈ। ਖੰਨਾ ਦੇ ਦੇਹਾਂਤ ਤੋਂ ਬਾਅਦ ਹੋਏ ਬਾਈ ਇਲੈਕਸ਼ਨ ਦੇ ਵਿੱਚ ਸੁਨੀਲ ਜਾਖੜ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਸਵਰਨ ਸਿੰਘ ਸਲਾਰੀਆ ਨੂੰ ਇੱਕ ਭਾਰੀ ਮਾਰਜਨ ਤੋਂ, ਲੱਖਾਂ ਵੋਟਾਂ ਦੇ ਮਾਰਜਨ ਤੋਂ ਹਰਾਇਆ। ਇਸ ਤੋਂ ਬਾਅਦ 2019 ਦੇ ਵਿੱਚ ਬੀਜੇਪੀ ਨੇ ਦੁਬਾਰਾ ਇੱਕ ਸੈਲੀਬ੍ਰਿਟੀ, ਪੰਜਾਬ ਦੇ ਹਰਮਨ ਪਿਆਰੇ ਦਿਓਲ ਪਰਿਵਾਰ ਦੇ ਸਨੀ ਦਿਓਲ ਤੇ ਦਾ ਖੇਡਿਆ। ਇਹ ਦਾ ਕਾਮਯਾਬ ਵੀ ਰਿਹਾ। ਕੁਝ ਹੀ ਦਿਨ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਕਰਵਾਏ ਗਏ ਸਨੀ ਦਿਓਲ ਇਸ ਸੀਟ ਤੋਂ ਇਲੈਕਸ਼ਨ ਲੜ ਕੇ ਜਿੱਤ ਕੇ ਐਮਪੀ ਬਣੇ, ਲੇਕਿਨ 5 ਸਾਲਾਂ ਦੇ ਵਿੱਚ ਜੋ ਕੁਝ ਹੋਇਆ ਉਸ ਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਾ। ਲੋਕਾਂ ਨੂੰ ਉਹਨਾਂ ਨੇ ਬੜਾ ਨਿਰਾਸ਼ ਕੀਤਾ। ਦੋਸਤੋ 2024 ਦੀ ਇਹ ਲੜਾਈ ਵੱਖਰੀ ਇਸ ਵਾਸਤੇ ਹੈ ਕਿਉਂਕਿ ਸਿਆਸੀ ਸਮੀਕਰਨ ਬਦਲੇ ਨੇ। ਭਾਰਤੀ ਜਨਤਾ ਪਾਰਟੀ ਦਾ ਉਭਾਰ ਗੁਰਦਾਸਪੁਰ ਲੋਕ ਸਭਾ ਸੀਟ ਉੱਤੇ 1998 ਤੋਂ ਬਾਅਦ ਇਸ ਵਾਸਤੇ ਨਹੀਂ ਹੋਇਆ ਕਿ ਉਹਨਾਂ ਨੂੰ ਵਿਨੋਦ ਖੰਨਾ ਮਿਲੇ ਸਨ। ਵਿਨੋਦ ਖੰਨਾ ਦੀ ਇੱਕ ਆਪਣੀ ਸਟਾਰ ਅਪੀਲ, ਇੱਕ ਆਪਣਾ ਫੈਕਟਰ ਸੀ, ਲੇਕਿਨ ਅਸਲ ਦੇ ਵਿੱਚ ਜਿਹੜਾ ਕੰਬੀਨੇਸ਼ਨ ਵਰਕ ਕੀਤਾ ਉਹ ਸੀ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ। ਇਸੇ ਕਾਰਨ ਸੁਖਵੰਸ਼ ਕੌਰ ਭਿੰਡਰ ਤੋਂ ਬਾਅਦ ਕਾਂਗਰਸ ਇਸ ਸੀਟ ਉੱਤੇ ਬਹੁਤ ਲੰਮਾ ਸਮਾਂ ਨਹੀਂ ਟਿਕ ਪਾਈ। ਬੇਸ਼ੱਕ ਪ੍ਰਤਾਪ ਬਾਜਵਾ ਨੇ 2009 ਦਾ ਤੇ ਸੁਨੀਲ ਜਾਖੜ ਨੇ 2017 ਦਾ ਬਾਈ ਇਲੈਕਸ਼ਨ ਜਿੱਤਿਆ, ਲੇਕਿਨ 2024 ਦੇ ਵਿੱਚ ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅੱਡੋ-ਅੱਡ ਨੇ। ਹੁਣ ਦਿਨੇਸ਼ ਕੁਮਾਰ ਬੱਬੂ ਦੇ ਸਾਹਮਣੇ ਸ਼੍ਰੋਮਣੀ ਅਕਾਲੀ ਦਲ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਉਤਾਰਿਆ ਹੈ। ਅਕਾਲੀ ਦਲ ਕੋਲ ਇਸ ਹਲਕੇ ਵਿੱਚ ਉਤਾਰਨ ਲਈ ਹੋਰ ਬਹੁਤ ਅੱਛੀਆਂ ਚੋਇਸਿਸ ਸਨ। ਰਵੀਕਰਨ ਕਾਲੋ, ਨਿਰਮਲ ਸਿੰਘ ਕਾਲੋ ਦੇ ਬੇਟੇ ਇਸ ਸੀਟ ਤੋਂ ਇਲੈਕਸ਼ਨ ਦੇ ਵਿੱਚ ਉਤਾਰੇ ਜਾ ਸਕਦੇ ਸਨ। ਜੋਗਿੰਦਰ ਸਲਾਰੀਆ ਇੱਕ ਹੋਰ ਅਜਿਹੇ ਸੰਭਾਵਿਤ ਉਮੀਦਵਾਰ ਸਨ ਜੋ ਕਿ ਇੱਕ NRI ਨੇ, ਦੁਬਈ ਬੇਸਡ ਬਿਜ਼ਨਸਮੈਨ ਨੇ, ਫਿਲਾਂਥਰੋਪਿਸਟ ਨੇ। ਉਹਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਸਾਲਾਂ ਤੋਂ ਇਸ ਹਲਕੇ ਦੇ ਵਿੱਚ ਇਸ ਉਮੀਦ ਉੱਤੇ ਕੰਮ ਕੀਤਾ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਪ੍ਰੀਡੋਮੀਨੈਂਟਲੀ ਇੱਕ ਹਿੰਦੂ ਸੀਟ ਮੰਨੀ ਜਾਣ ਵਾਲੀ ਗੁਰਦਾਸਪੁਰ ਉੱਤੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰੇਗੀ। ਡਾਕਟਰ ਚੀਮਾ ਨੂੰ ਗੁਰਦਾਸਪੁਰ ਦੇ ਲੋਕ ਸਭਾ ਹਲਕੇ ਦੇ ਹਿਸਾਬ ਨਾਲ ਇੱਕ ਬਾਹਰੀ ਉਮੀਦਵਾਰ ਹੀ ਮੰਨਿਆ ਜਾਏਗਾ। ਬੇਸ਼ੱਕ ਹਰਗੋਬਿੰਦਪੁਰ ਸੀਟ ਤੋਂ ਉਹਨਾਂ ਨੇ ਪਹਿਲਾਂ ਵੀ ਸਿਆਸੀ ਦਾਅਵਾ ਠੋਕਿਆ ਹੈ। ਜਲੰਧਰ ਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਉਹ ਪੋਲੀਟੀਕਲੀ ਕਾਫੀ ਐਕਟਿਵ ਰਹੇ ਨੇ। ਰੋਪੜ ਤੇ ਅਨੰਦਪੁਰ ਸਾਹਿਬ ਉਹ ਇਲਾਕਾ ਹੈ ਜਿੱਥੇ ਕਿ ਡਾਕਟਰ ਚੀਮਾ ਨੇ ਪਿਛਲੇ ਤਕਰੀਬਨ 15-20 ਸਾਲਾਂ ਦੌਰਾਨ ਕਾਫੀ ਕੰਮ ਕੀਤਾ ਹੈ ਤੇ ਇਸ ਵਾਰ ਵੀ ਅਨੰਦਪੁਰ ਸਾਹਿਬ ਸੀਟ ਤੋਂ ਹੀ ਉਹ ਟਿਕਟ ਚਾਹ ਰਹੇ ਸੀ। ਇਸ ਵਕਤ ਵੀ ਉਹਨਾਂ ਦੀ ਰਿਹਾਇਸ਼, ਉਹਨਾਂ ਦਾ ਪੂਰਾ ਸਿਆਸੀ ਬੇਸ ਅਨੰਦਪੁਰ ਸਾਹਿਬ ਤੇ ਰੋਪੜ ਦੇ ਇਲਾਕੇ ਵਿੱਚ ਹੈ। ਸੋ ਕੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਸੀਟ ਉੱਤੇ ਬਾਹਰੀ ਕੈਂਡੀਡੇਟ ਨੂੰ ਭੇਜ ਕੇ ਇੱਥੋਂ ਚੋਣ ਲੜਨਾ ਪੈ ਰਿਹਾ ਹੈ? ਦੋਸਤੋ ਆਪਾਂ ਆਪਣੀਆਂ ਅਲੱਗ-ਅਲੱਗ ਰਿਪੋਰਟਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਅੰਦਰ ਖਾਤੇ ਦੀ ਸੈਟਿੰਗ ਦੀ ਗੱਲ ਕੀਤੀ ਹੈ। ਹੁਣ ਅੰਦਰ ਖਾਤੇ ਦੀ ਸੈਟਿੰਗ ਇੱਕ ਥੋੜਾ ਜਿਹਾ ਕਰੂਡ ਸ਼ਬਦ ਲੱਗਦਾ ਹੈ, ਇਸ ਨੂੰ ਮੈਂ ਥੋੜੀ ਸਿਆਸੀ ਸ਼ਬਦਾਵਲੀ ਦਿੰਦਾ ਹੈ। ਇਸ ਨੂੰ ਇੱਕ ਟੈਕਟੀਕਲ ਅੰਡਰਸਟੈਂਡਿੰਗ ਕਹਿੰਦੇ ਆ। ਇਹ ਅਕਾਲੀ ਦਲ ਤੇ ਬੀਜੇਪੀ ਇੱਕ ਟੈਕਟੀਕਲ ਅੰਡਰਸਟੈਂਡਿੰਗ ਦੇ ਤਹਿਤ ਇਲੈਕਸ਼ਨ ਲੜ ਰਹੇ ਨੇ ਤੇ ਮੈਂ ਪਹਿਲਾਂ ਇਹ ਕਹਿ ਚੁੱਕਾ ਹਾਂ, ਚਾਹੇ ਉਹ ਫਿਰੋਜ਼ਪੁਰ ਸੀ, ਚਾਹੇ ਉਹ ਬਠਿੰਡਾ ਸੀ, ਹੋਰ ਬਹੁਤ ਸੀਆਂ ਸੀਟਾਂ ਜਿੱਥੇ ਐਲਾਨ ਨਹੀਂ ਹੋਇਆ, ਇਨਕਲੂਡਿੰਗ ਖਡੂਰ ਸਾਹਿਬ ਰਿਪੋਰਟ ਦੇ ਵਿੱਚ ਆਪਾਂ ਜ਼ਿਕਰ ਕੀਤਾ। ਜਿੱਥੇ ਅਕਾਲੀ ਦਲ ਦੇ ਉਮੀਦਵਾਰ ਸਟਰੋਂਗ ਹੋਣਗੇ ਜਾਂ ਜਿੱਥੇ ਬੀਜੇਪੀ ਦੇ ਉਮੀਦਵਾਰ ਸਟਰੋਂਗ ਹੋਣਗੇ, ਯਾਨੀ ਕਿ ਜਿੱਤਣ ਜਾਂ ਇੱਕ ਚੰਗੀ ਫਾਈਟ, ਸਿਆਸੀ ਫਾਈਟ ਦੇਣ ਦੀ ਕੈਪੈਸਿਟੀ, ਸਮਰੱਥਾ ਰੱਖਦੇ ਹੋਣਗੇ, ਉੱਥੇ ਆਪਾਂ ਇਹ ਦੋਹਾਂ ਪਾਰਟੀਆਂ ਦੇ ਵਿੱਚ ਆਮੋ ਸਾਹਮਣੇ ਦਾ ਮੁਕਾਬਲਾ ਨਹੀਂ ਦੇਖਾਂਗੇ ਟੂ ਦ ਐਕਸਟੈਂਟ ਕਿ ਇਹਨਾਂ ਦੇ ਕੈਂਡੀਡੇਟ ਇੱਕ ਦੂਸਰੇ ਦੀ ਵੋਟ ਖਰਾਬ ਨਾ ਕਰਨ। ਇਸ ਟੈਕਟੀਕਲ ਅੰਡਰਸਟੈਂਡਿੰਗ ਦੇ ਨਾਲ ਦੋਹੇ ਪਾਰਟੀਆਂ ਚੱਲਦੀਆਂ ਪਈਆਂ ਨੇ। ਬਹੁਤ ਸੇ ਲੋਕਾਂ ਨੇ ਜਿਹੜੀ ਮੇਰੀ ਪਿਛਲੀ ਰਿਪੋਰਟ ਜਿਸ ਵਿੱਚ ਆਪਾਂ ਬਠਿੰਡਾ ਸੀਟ ਤੋਂ ਜਿਹੜੀ ਸੰਭਾਵਨਾ ਹੈ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ, ਪੋਸੀਬਲੀ ਉੱਥੋਂ ਟਿਕਟ ਲੈ ਕੇ ਬਠਿੰਡਾ ਤੋਂ ਇਲੈਕਸ਼ਨ ਵੀ ਲੜੇ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਵੀ ਚੋਣ ਲੜ ਸਕਦੇ ਨੇ, ਹਾਲਾਂਕਿ ਅਜੇ ਤੱਕ ਇਹ ਚੀਜ਼ ਤੈਅ ਨਹੀਂ ਹੈ, ਲੇਕਿਨ ਇੱਕ ਟੈਕਟੀਕਲ ਅੰਡਰਸਟੈਂਡਿੰਗ, ਇੱਕ ਅੰਦਰ ਖਾਤੇ ਦੀ ਜਿਹੜੀ ਸਮਝ ਹੈ, ਸਿਆਸੀ ਸਮਝ,
ਜਿਸ ਦੇ ਹਿਸਾਬ ਨਾਲ ਬੀਜੇਪੀ ਅਤੇ ਅਕਾਲੀ ਦਲ ਇੱਕ ਦੂਸਰੇ ਦੇ ਉਮੀਦਵਾਰਾਂ ਦਾ ਘੱਟੋ ਘੱਟ ਨੁਕਸਾਨ ਕਰਨ, ਇਸ ਅੰਡਰਸਟੈਂਡਿੰਗ ਨੂੰ ਬਣਾ ਕੇ ਦੋਵੇਂ ਸਿਆਸੀ ਪਾਰਟੀਆਂ ਅੱਗੇ ਤੁਰਦੀਆਂ ਨਜ਼ਰ ਆ ਰਹੀਆਂ ਨੇ ਤੇ ਇਹ ਚੀਜ਼ ਸਥਾਪਿਤ ਹੋਈ ਹੈ। ਅਕਾਲੀ ਦਲ ਦੀ ਜਿਹੜੀ ਪਹਿਲੀ ਸੂਚੀ ਆਈ ਹੈ ਉਸਨੇ ਇੱਕ ਪੱਕੀ ਮੋਹਰ ਲਾਤੀ ਹੈ ਮੇਰੀ ਉਸ ਥਿਊਰੀ ਉੱਤੇ, ਜਿਸ ਨੂੰ ਮੈਂ ਆਪਣੀ ਪਿਛਲੀ ਕਈ ਰਿਪੋਰਟਾਂ ਦੇ ਵਿੱਚ ਬਿਆਨ ਵੀ ਕੀਤਾ ਹੈ। ਤੁਸੀਂ ਸਾਰੀ ਰਿਪੋਰਟਾਂ ਨੂੰ ਰੈਫਰ ਕਰ ਸਕਦੇ ਹੋ। ਦੋਸਤੋ, ਸੰਗਰੂਰ ਦੀ ਸੀਟ ਦੇ ਉੱਤੇ ਆਪਾਂ ਐਨਾਲਿਸਿਸ ਅਗਲਾ ਕਰਾਂਗੇ ਤੇ ਸੰਗਰੂਰ ਦੇ ਵਿੱਚ ਢੀਂਡਸਾ ਪਰਿਵਾਰ ਤੇ ਪਰਮਿੰਦਰ ਸਿੰਘ ਢੀਂਡਸਾ ਚੋਣ ਮੁਕਾਬਲੇ ਦੇ ਵਿੱਚ ਇੱਕ ਵਿਨਿੰਗ ਫਾਈਟ ਨਹੀਂ ਦੇ ਸਕਦੇ ਅਕਾਲੀ ਦਲ ਲਈ, ਤਾਂ ਫਿਰ ਹੋਰ ਕੌਣ ਦੇ ਸਕਦਾ ਹੈ? ਕਿ ਇਕਬਾਲ ਝੁੰਡਾ ਜ਼ਿਆਦਾ ਮਜ਼ਬੂਤ ਉਮੀਦਵਾਰ ਨੇ? ਇਹ ਆਪਾਂ ਅਗਲੀ ਰਿਪੋਰਟ ਦੇ ਵਿੱਚ ਐਨਾਲਾਈਜ਼ ਕਰਾਂਗੇ। ਸੋ ਉਸੇ ਤਰੀਕੇ ਦੇ ਨਾਲ ਗੁਰਦਾਸਪੁਰ ਸੀਟ ਉੱਤੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਚੋਣ ਮੈਦਾਨ ਵਿੱਚ ਉਤਾਰਿਆ ਜਾਣਾ, ਦੋਸਤੋ ਥੋੜਾ ਜਿਹਾ ਅਨਫੇਅਰ ਹੋਏਗਾ ਜੇ ਆਪਾਂ ਕਹੀਏ ਕਿ ਡਾਕਟਰ ਦਲਜੀਤ ਸਿੰਘ ਚੀਮਾ ਕਿਸੇ ਨਾਲੋਂ ਕਮਜ਼ੋਰ ਕੈਂਡੀਡੇਟ ਨੇ। ਸੋ ਆਪਾਂ ਇਹ ਕਹਿ ਸਕਦੇ ਹਾਂ ਇਨ ਦਾ ਫੇਅਰ ਇੰਟਰਸਟ ਆਫ ਬੀਇੰਗ ਇਕੁਇਟੇਬਲ, ਬੀਇੰਗ ਜਸਟ, ਕਿ ਉਹ ਵੀ ਇੱਕ ਦਾਅਵੇਦਾਰ ਨੇ, ਉਮੀਦਵਾਰ ਨੇ, ਲੇਕਿਨ ਉਹਦੇ ਉਮੀਦਵਾਰ ਮਜ਼ਬੂਤ ਨਹੀਂ ਨੇ ਜਿੱਡੇ ਕਿ ਮਜ਼ਬੂਤ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਤੋਂ ਹੋਰ ਦੇ ਸਕਦਾ ਸੀ। ਉਹਨਾਂ ਕੋਲ ਅਜਿਹੇ ਬਹੁਤ ਸੇ ਮਾਝੇ ਦੇ ਲੀਡਰ ਨੇ ਜੋ ਕਿ ਡਾਕਟਰ ਦਲਜੀਤ ਚੀਮਾ ਤੋਂ ਬਿਹਤਰ ਉਮੀਦਵਾਰ ਹੋ ਸਕਦੇ ਸੀ, ਲੇਕਿਨ ਤੁਸੀਂ ਸਮਝਦੇ ਹੋ ਕਿ ਇਹ ਸੀਟ ਜਿਸ ਉੱਤੇ ਕਿ ਭਾਰਤੀ ਜਨਤਾ ਪਾਰਟੀ ਦੀ ਮੋਹਰ ਲੱਗੀ ਹੋਈ ਹੈ, ਉਸ ਸਥਿਤੀ ਦੇ ਵਿੱਚ ਅਲੱਗ-ਅਲੱਗ ਸੀਟਾਂ, ਆਪਣੀਆਂ ਮਜ਼ਬੂਤ ਸੀਟਾਂ ਉੱਤੇ ਦੋਵੇਂ ਪਾਰਟੀਆਂ ਨੂੰ ਹੋਣ ਵਾਲੇ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਏਗਾ? ਸੋ ਦੋਸਤੋ, ਇਸ ਬਾਰੀਕੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਜੇ ਇਲੈਕਸ਼ਨ ਦੇ ਵਿੱਚ ਸਮਾਂ ਹੈ। ਉਹ ਕਹਿੰਦੇ ਇਬਤਦਾਏ ਇਸ਼ਕ ਮੇਂ ਰੋਤਾ ਹੈ ਕਿਆ, ਆਗੇ ਆਗੇ ਦੇਖੀਏ ਹੋਤਾ ਹੈ ਕਿਆ। ਜਿਹੜੀਆਂ ਆਪਾਂ ਗੱਲਾਂ ਕਰਦੇ ਆ ਰਹੇ ਹਾਂ ਉਹ ਗੱਲਾਂ ਅੱਗੇ ਜਾ ਕੇ ਕਿਵੇਂ ਤੁਹਾਡੇ ਸਾਹਮਣੇ ਆਉਂਦੀਆਂ ਨੇ, ਇਹ ਤੁਸੀਂ ਖੁਦ ਵੇਖੋਗੇ। ਦੋਸਤੋ, ਇਸ ਸੀਟ ਤੋਂ ਜੇ ਕਾਂਗਰਸ ਦੇ ਦਾਅਵੇ ਦੀ ਗੱਲ ਕਰ ਲਈਏ, ਕਿਉਂਕਿ ਕਾਂਗਰਸ ਉਹ ਪਾਰਟੀ ਹੈ ਜੋ ਕਿ ਪਿਛਲੇ 40-45 ਸਾਲਾਂ ਦੌਰਾਨ ਇੱਥੋਂ ਸਭ ਤੋਂ ਮਜ਼ਬੂਤ ਧਿਰ ਰਹੀ ਹੈ। ਉਸ ਤੋਂ ਪਹਿਲਾਂ ਵੀ ਰਹੀ ਹੈ, ਲੇਕਿਨ ਪਿਛਲੇ 4 ਦਹਾਕੇ ਦਾ ਇਤਿਹਾਸ, ਖਾਸ ਕਰਕੇ 80s 90s 1998 ਤੱਕ ਤੇ ਉਸ ਤੋਂ ਬਾਅਦ 2009 ਦੇ ਵਿੱਚ ਪ੍ਰਤਾਪ ਬਾਜਵਾ ਜਿੱਤੇ ਨੇ, ਬਾਈ ਇਲੈਕਸ਼ਨ ਸੁਨੀਲ ਜਾਖੜ ਜਿੱਤੇ ਨੇ। ਕਾਂਗਰਸ ਹੀ ਉਹ ਧਿਰ ਹੈ ਜੋ ਕਿ ਇੱਕ ਮਜ਼ਬੂਤ ਟੱਕਰ ਕਿਸੇ ਵੀ ਪਾਰਟੀ ਲਈ ਸਾਬਤ ਹੋ ਸਕਦੀ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਉੱਤੇ ਕਿਸ ਦਾ ਐਲਾਨ ਕੀਤਾ ਜਾਂਦਾ ਹੈ, ਇਹ ਵੇਖਣਾ ਬਾਕੀ ਰਹੇਗਾ। ਭਾਰਤੀ ਜਨਤਾ ਪਾਰਟੀ ਦੀ ਟਿਕਟ ਹਾਸਲ ਕਰਨ ਦੇ ਚਾਹਵਾਨ ਸਵਰਨ ਸਿੰਘ ਸਲਾਰੀਆ, ਜੋ ਕਿ ਬਾਈ ਇਲੈਕਸ਼ਨ 2017 ਦਾ, ਉਸ ਇਲੈਕਸ਼ਨ ਦੇ ਵਿੱਚ ਬੀਜੇਪੀ ਦੇ ਉਮੀਦਵਾਰ ਸਨ, ਉਹਨਾਂ ਨੂੰ ਬੀਜੇਪੀ ਨੇ ਟਿਕਟ ਨਹੀਂ ਦਿੱਤੀ ਹੈ, ਉਹਨਾਂ ਦੀ ਟਿਕਟ ਕੱਟਤੀ ਗਈ ਹੈ। ਵਿਨੋਦ ਖੰਨਾ ਦੀ ਧਰਮ ਪਤਨੀ ਕਵਿਤਾ ਖੰਨਾ ਪਿਛਲੇ ਕਈ ਚੋਣਾਂ ਤੋਂ ਕੋਸ਼ਿਸ਼ ਕਰਦੇ ਪਏ ਨੇ ਕਿ ਉਹਨਾਂ ਦਾ ਜਿਹੜਾ ਬੇਸ ਹੈ, ਜੋ ਕਿ ਉਹਨਾਂ ਨੇ ਗੁਰਦਾਸਪੁਰ ਬਣਾ ਕੇ ਰੱਖਿਆ ਹੈ, ਉਹ ਸਿਆਸੀ ਬੇਸ ਜੋ ਕਿ ਉਹਨਾਂ ਦੇ ਪਤੀ ਦੀ ਇੱਕ ਵਿਰਾਸਤ ਹੈ, ਇੱਕ ਸਿਆਸੀ ਵਿਰਾਸਤ ਹੈ, ਉਸ ਨੂੰ ਅੱਗੇ ਵਧਾਇਆ ਜਾਏ। ਸੋ ਬੀਜੇਪੀ ਦੀ ਟਿਕਟ ਲੈਣ ਦੀ ਕੋਸ਼ਿਸ਼ ਕਵਿਤਾ ਖੰਨਾ ਨੇ ਵੀ ਕੀਤੀ, ਸਵਰਨ ਸਲਾਰੀਆ ਨੇ ਵੀ ਕੀਤੀ, ਲੇਕਿਨ ਇਹ ਦੋਹਾਂ ਨੂੰ ਬੀਜੇਪੀ ਨੇ ਟਿਕਟ ਨਹੀਂ ਦਿੱਤੀ। ਕਵਿਤਾ ਖੰਨਾ ਅਤੇ ਸਲਾਰੀਆ ਦੋਹੇ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਲਈ ਮਜ਼ਬੂਤ ਦਾਅਵੇਦਾਰ ਹੋ ਸਕਦੇ ਨੇ, ਕਿਉਂਕਿ ਇਹਨਾਂ ਦਾ ਵਿਅਕਤੀਗਤ ਆਧਾਰ ਮੈਟਰ ਕਰੇਗਾ। ਖਾਸ ਕਰਕੇ ਆਮ ਆਦਮੀ ਪਾਰਟੀ, ਜਿਸ ਕੋਲ ਕੋਈ ਉਸ ਪੱਧਰ ਦਾ ਲੀਡਰ ਨਹੀਂ ਹੈ ਜੋ ਕਿ ਇੱਕ ਲੋਕ ਸਭਾ ਹਲਕੇ ਤੇ ਜਿਸ ਦਾ ਆਪਣਾ ਆਧਾਰ ਹੋਵੇ, ਇੱਕ ਫਾਈਟ ਖੜੀ ਕਰ ਸਕੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ। ਗੱਲ ਕਾਂਗਰਸ ਦੀ ਰਹਿ ਜਾਂਦੀ ਹੈ। ਕਾਂਗਰਸ ਦੇ ਕਈ ਦਾਅਵੇਦਾਰ ਨੇ, ਜਿਨ੍ਹਾਂ ਵਿੱਚੋਂ ਇਸ ਵਕਤ ਜਿਹੜੇ 2 ਨਾਂ ਉੱਭਰਦੇ ਪਏ ਨੇ, ਉਹਨਾਂ ਦੇ ਵਿੱਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਐਮਐਲਏ ਬਰਿੰਦਰਮੀਤ ਪਾੜਾ ਦੇ ਭਰਾ ਬਲਜੀਤ ਸਿੰਘ ਪਾੜਾ ਦਾ ਨਾਂ ਹੈ। ਹੁਣ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਬਲਜੀਤ ਪਾੜਾ ਦੋਵੇਂ ਮਜ਼ਬੂਤ ਉਮੀਦਵਾਰ ਨੇ। ਮਾਝੇ ਲੈਵਲ ਦੇ ਉੱਤੇ ਇਹਨਾਂ ਨੂੰ ਕਾਫੀ ਸਪੋਰਟ ਹੈ। ਇੱਕ ਜਿਹੜੀ ਚੰਗੀ ਚੀਜ਼ ਕਾਂਗਰਸ ਲਈ ਇਸ ਹਲਕੇ ਦੇ ਵਿੱਚ ਹੋਈ ਹੈ, ਉਹ ਇਹ ਹੈ ਕਿ ਆਪਸ ਦੀ ਜਿਹੜੀ ਧੜੇਬਾਜ਼ੀ ਹੈ ਉਹ ਖਤਮ ਹੋ ਚੁੱਕੀ ਹੈ। ਹਾਲਾਂਕਿ ਇਸ ਸੀਟ ਤੋਂ ਸੁਖਜਿੰਦਰ ਸਿੰਘ ਰੰਧਾਵਾ, ਪੰਜਾਬ ਦੇ ਸਾਬਕਾ ਡਿਪਟੀ ਚੀਫ ਮਿਨਿਸਟਰ, ਇੱਕ ਬਹੁਤ ਹੀ ਮਜ਼ਬੂਤ ਉਮੀਦਵਾਰ ਹੋ ਸਕਦੇ ਸੀ, ਲੇਕਿਨ ਮੰਨਿਆ ਜਾ ਰਿਹਾ ਕਿ ਪਾਰਟੀ ਉਹਨਾਂ ਨੂੰ ਲੁਧਿਆਣਾ ਦੇ ਵਿੱਚ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਫੀਲਡ ਕਰ ਸਕਦੀ ਹੈ। ਸੋ ਇਸ ਸਥਿਤੀ ਦੇ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਬਰਿੰਦਰਮੀਤ ਪਾੜਾ ਦੇ ਭਰਾ ਬਲਜੀਤ ਸਿੰਘ ਪਾੜਾ ਦੇ ਨਾਂ ਪ੍ਰਮੁੱਖ ਨੇ। ਇਸ ਤੋਂ ਇਲਾਵਾ ਪਠਾਨਕੋਟ ਤੋਂ ਸਾਬਕਾ ਐਮਐਲਏ ਕਾਂਗਰਸ ਦੇ ਅਮਿਤ ਵਿਜ, ਜਿਨ੍ਹਾਂ ਨੇ ਕਾਫੀ ਕੰਮ ਵੀ ਕੀਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਭਾਰਤ ਜੋੜੋ ਯਾਤਰਾ ਸੀ ਰਾਹੁਲ ਗਾਂਧੀ ਦੀ, ਉਸ ਦੀ ਜਿਹੜੀ ਪੰਜਾਬ ਲੈਗ ਸੀ, ਉਸ ਦੌਰਾਨ ਪਠਾਨਕੋਟ ਦੇ ਇਲਾਕੇ ਦੇ ਵਿੱਚ ਕਾਂਗਰਸ ਦੀ ਹਾਈਕਮਾਂਡ ਤੇ ਰਾਹੁਲ ਗਾਂਧੀ ਲਈ ਇਹਨਾਂ ਨੇ ਕਾਫੀ ਕੰਮ ਵੀ ਕੀਤਾ। ਉਸ ਵਕਤ ਕਾਫੀ ਨਜ਼ਰਾਂ ਦੇ ਵਿੱਚ ਹਾਈਕਮਾਂਡ ਦੀ ਆਏ। ਸੋ ਇਹ ਵੀ ਇਸ ਸੀਟ ਤੋਂ ਲੋਕ ਸਭਾ ਦੇ ਦਾਅਵੇਦਾਰ ਹੈਗੇ ਨੇ, ਕੈਂਡੀਡੇਟ ਹੈਗੇ ਨੇ। ਸੋ ਵੇਖਣਾ ਹੋਏਗਾ ਕਿ ਕਾਂਗਰਸ ਕਿਸ ਉਮੀਦਵਾਰ ਉੱਤੇ ਦਾ ਖੇਡਦੀ ਹੈ, ਲੇਕਿਨ ਆਊਟ ਐਂਡ ਆਊਟ ਕਾਂਗਰਸ ਇੱਕ ਸਭ ਤੋਂ ਮਜ਼ਬੂਤ ਧਿਰ ਇਸ ਇਲਾਕੇ ਦੇ ਵਿੱਚ ਮੰਨੀ ਜਾ ਸਕਦੀ ਹੈ। ਉਸ ਸਥਿਤੀ ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਲੋਕ ਸਭਾ ਚੋਣ ਨੂੰ ਵੱਖਰੇ ਹੋ ਕੇ ਲੜਨਾ ਪੈ ਰਿਹਾ ਹੈ। ਸੋ ਵੇਖਦੇ ਹਾਂ ਦੋਸਤੋ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੌਣ ਹੁੰਦੇ ਨੇ। ਸਵਰਨ ਸਲਾਰੀਆ ਉੱਤੇ ਕੀ ਕੋਈ ਪਾਰਟੀ ਦਾ ਖੇਡਦੀ ਹੈ? ਕਵਿਤਾ ਖੰਨਾ ਨੂੰ ਕੋਈ ਪਾਰਟੀ ਆਪਣੇ ਖੇਮੇ ਵਿੱਚ ਸ਼ਾਮਲ ਕਰਕੇ ਟਿਕਟ ਦਿੰਦੀ ਹੈ? ਇਹ ਸਾਰੇ ਫੈਕਟਰ ਅਨਾਉਂਸਮੈਂਟਸ ਤੋਂ ਬਾਅਦ ਹੀ ਕਲੀਅਰ ਹੋਣਗੇ। ਲੇਕਿਨ ਇਸ ਸੀਟ ਉੱਤੇ ਇੱਕ ਜਿਹੜਾ ਡਿਸਾਈਸਿਵ ਫੈਕਟਰ ਰਹਿਣ ਵਾਲਾ ਹੈ, ਉਹ ਹੈ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ ਦਾ ਟੁੱਟਣਾ। ਹੁਣ ਜੇ ਡਾਕਟਰ ਦਲਜੀਤ ਸਿੰਘ ਚੀਮਾ ਅਸਲ ਦੇ ਵਿੱਚ ਸਿਆਸੀ ਲੜਾਈ ਲੜ ਕੇ ਆਪਣੇ ਵੋਟ ਬੈਂਕ, ਯਾਨੀ ਕਿ ਅਕਾਲੀ ਦਲ ਦੇ ਵੋਟ ਬੈਂਕ ਨੂੰ ਇੰਟੈਕਟ ਰੱਖ ਜਾਂਦੇ ਨੇ, ਉਸ ਸਥਿਤੀ ਦੇ ਵਿੱਚ ਫਾਇਦਾ ਸਿਰਫ ਤੇ ਸਿਰਫ ਕਾਂਗਰਸ ਨੂੰ ਹੋਣਾ ਹੈ। ਇਹ ਤੈਅ ਮੰਨਿਆ ਜਾ ਰਿਹਾ ਹੈ।
ਸੋ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਉਮੀਦਵਾਰਾਂ ਦੇ ਐਲਾਨ ਕਦੋਂ ਹੁੰਦੇ ਨੇ ਤੇ ਇਸ ਹਲਕੇ ਦੀ ਸਿਆਸੀ ਤਸਵੀਰ ਸਾਫ਼ ਕਦੋਂ ਤੱਕ ਹੁੰਦੀ ਹੈ। ਦੋਸਤੋ, ਇਸ ਰਿਪੋਰਟ ਨੂੰ ਵੇਖਣ ਲਈ ਬਹੁਤ-ਬਹੁਤ ਧੰਨਵਾਦ। ਇੱਕ ਵਾਰ ਫਿਰ ਬੇਨਤੀ ਇਹੀ ਹੈ ਕਿ ਇਸ ਚੈਨਲ ਨਿਊਜ਼ ਡੇਟਨ ਪੰਜਾਬ ਨੂੰ ਕਾਈਂਡਲੀ ਸਬਸਕ੍ਰਾਈਬ ਕਰੋ। ਬਹੁਤ ਛੇਤੀ ਮਿਲਦੇ ਹਾਂ। ਅਗਲੀ ਰਿਪੋਰਟ ਹੋਏਗੀ ਸੰਗਰੂਰ ਲੋਕ ਸਭਾ ਹਲਕੇ ਉੱਤੇ।